ਅੱਜ ਦੇ ਇਸ ਗਲੋਬਲ ਵਾਰਮਿੰਗ ਦੇ ਯੁੱਗ ਨੂੰ ਦੇਖਦੇ ਹੋਏ ਮੋਗਾ ਦੇ ਕੋਟ ਈਸੇ ਖਾਂ ਵਿੱਚ ਦਾ ਵੈਲਥਿੰਗ ਹੈਲਥ ਆਰਗੇਨਾਈਜੇਸ਼ਨ ਵੱਲੋਂ ਇੱਕ ਅਨੋਖਾ ਘਰ ਤਿਆਰ ਕੀਤਾ ਗਿਆ। 10 ਮਰਲੇ ਵਿੱਚ 6 ਕਮਰਿਆਂ ਵਾਲੇ ਇਸ ਘਰ ਨੂੰ ਬਣਾਉਣ ਵਿੱਚ ਦੇਸੀ ਗਾਂ ਦਾ ਗੋਬਰ, ਚੂਨਾ, ਜਿਪਸਮ, ਗੁੜ, ਨਿੰਬੂ ਦਾ ਰਸ ਅਤੇ ਮੇਥੀ ਆਦਿ ਦੀ ਵਰਤੋਂ ਕੀਤੀ ਗਈ ਹੈ। ਸੰਸਥਾ ਦੇ ਮੁਖੀ ਤੇ ਇਸ ਘਰ ਦੇ ਮਾਲਕ ਡਾਕਟਰ ਵਰਿੰਦਰ ਸਿੰਘ ਭੁੱਲਰ ਨੇ ਦੱਸਿਆ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਕੁਦਰਤੀ ਵਿਗਿਆਨ ਤੇ ਕੰਮ ਕਰ ਰਹੇ ਨੇ, ਜਿਸ ਕਾਰਨ ਉਹ ਬਾਇਓਮਾਸ, ਗਲੋਬਲ ਵਾਰਮਿੰਗ ਤੇ ਰਾਸ਼ਟਰੀ ਪੱਧਰ ਤੇ ਕਾਰਕੁਨ ਡਾਕਟਰ ਸ਼ਿਵਦਰਸ਼ਨ ਮਲਿਕ ਦੇ ਸੰਪਰਕ ਵਿੱਚ ਆਏ ਤੇ ਉਹਨਾਂ ਦੇ ਨਾਲ ਆਪਣੀਆਂ ਤਕਨੀਕਾਂ ਸਾਂਝੀਆਂ ਕਰਨ ਤੋਂ ਬਾਅਦ ਕੈਮੀਕਲ ਤੇ ਕਾਰਬਨ ਤੋਂ ਬਿਨਾਂ ਇੱਟਾਂ, ਪਲਾਸਟਰ ਤੇ ਪੇਂਟ ਨਾਲ ਇਸ ਘਰ ਨੂੰ ਬਣਾਉਣ ਵਿੱਚ ਕਾਮਯਾਬ ਹੋ ਗਏ। ਇਸ ਮੌਕੇ ਘਰ ਨੂੰ ਵੇਖਣ ਆਏ ਗੁਰਵਿੰਦਰ ਸਿੰਘ ਤੇ ਹਰਸਿਮਰਤ ਸਿੰਘ ਨੇ ਕਿਹਾ ਕਿ ਘਰ ਵਿੱਚ ਦਾਖਲ ਹੋ ਕੇ ਲੱਗਦਾ ਹੈ ਕਿ ਸਾਹ ਆਪਣੇ ਆਪ ਆਉਣ ਲੱਗ ਪਿਆ। ਡਾਕਟਰ ਸਾਹਿਬ, ਇੱਕ ਬਾਇਓਵੇਸਟ ਮਟੀਰੀਅਲ ਨਾਲ ਘਰ ਬਣਾਇਆ ਗਿਆ ਤੁਹਾਡੇ ਵੱਲੋਂ, ਕਿਸ ਤਰ੍ਹਾਂ ਆਈਡੀਆ ਆਇਆ ਔਰ ਕੀ ਖਾਸੀਅਤ ਹੈ? ਦੇਖੋ, ਬਾਇਓ ਮਾਸ ਮਟੀਰੀਅਲ ਤੋਂ ਜਿਹੜਾ ਘਰ ਬਣਾਇਆ ਗਿਆ ਇਹਦੇ ਪਿੱਛੇ ਕਿਉਂਕਿ ਸਾਡੀ ਸੰਸਥਾ ਹੈ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ, ਅਸੀਂ 3 ਮੋਟਿਵ ਤੇ ਕੰਮ ਕਰ ਰਹੇ ਹੈਗੇ ਹਾਂ। ਫਸਟ, ਕਿ ਅਸੀਂ ਹਰ ਘਰ ਦੇ ਵਿੱਚ ਨੈਚੁਰਲ ਸਾਇੰਸ ਦਾ ਐਕਸਪਰਟ ਪੈਦਾ ਕਰ ਸਕੀਏ। ਸੈਕੰਡਲੀ, ਕਿ ਅਸੀਂ ਹਰ ਘਰ ਨੂੰ ਉਹਦੇ ਅੰਦਰ ਉਹ ਸਕਿੱਲ ਔਰ ਉਦਮ ਪੈਦਾ ਕਰੀਏ ਕਿ ਉਹ ਆਪਣੀ ਔਰ ਆਪਣੇ ਬੱਚਿਆਂ ਦੀ ਉਮਰ ਨੂੰ 100 ਸਾਲ ਤੱਕ ਹਰ ਇਨਸਾਨ ਲੈ ਕੇ ਜਾ ਸਕੇ। ਕੈਟਿੰਗ ਇਹ ਇੱਕ ਤਰ੍ਹਾਂ ਦਾ ਐਫਰਟ ਹੈ ਜੋ ਪੇਰੈਂਟਸ ਵੱਲੋਂ ਕੀਤਾ ਜਾਏਗਾ ਤਾਂ ਹੋਰ ਵਧੀਆ ਰਿਜ਼ਲਟ ਆਉਣਗੇ। ਤਾਂ ਜਦੋਂ ਅਸੀਂ ਇਸ ਪ੍ਰੋਜੈਕਟ ਤੇ ਕੰਮ ਕੀਤਾ, ਸਾਨੂੰ ਪਤਾ ਲੱਗਿਆ ਕਿ ਖਾਲੀ ਓਨਲੀ ਨੈਚੁਰਲ ਜਾਂ ਆਰਗੈਨਿਕ ਖਾਣਾ ਖਾਣ ਨਾਲ ਤੁਸੀਂ ਆਪਣੇ ਸਰੀਰ ਨੂੰ 100 ਸਾਲ ਲਈ ਤਿਆਰ ਨਹੀਂ ਕਰ ਸਕਦੇ, ਕਿਉਂਕਿ ਇਸ ਟਾਈਮ ਤੇ ਜੋ ਧਰਤੀ ਦਾ এনवायरमेंट ਹੈ, ਉਹ ਇਸ ਟਾਈਮ ਧਰਤੀ ਦਾ ਗੋਲਾ ਜਿਹੜਾ ਹੈਗਾ ਇਹ ਕਾਰਬਨ, ਕੈਮੀਕਲ ਔਰ ਰੇਡੀਏਸ਼ਨ ਦੇ ਜੰਗਲ ਦਾ ਇੱਕ ਜੰਗਲ ਬਣ ਚੁੱਕਿਆ ਹੈ। ਤਾਂ ਜਿੰਨਾ ਟਾਈਮ ਅਸੀਂ ਇਸ ਚੀਜ਼ ਨੂੰ ਵੀ ਨਾਲ ਐਡ ਆਨ ਨਹੀਂ ਕਰਾਂਗੇ, ਉਹਨਾਂ ਟਾਈਮ ਆਪਾਂ 100 ਈਅਰਸ ਦੀ ਜਿਹੜੀ ਲਾਈਫ ਹੈ, ਉਹ ਸਰੀਰ ਦੀ ਜਿਹੜੀ ਉਮਰ ਹੈ, ਉਹ ਉੱਥੇ ਤੱਕ ਰੀਚ ਨਹੀਂ ਕਰ ਪਾਵਾਂਗੇ। ਤਾਂ ਖਾਣੇ ਤੋਂ ਲੈ ਕੇ ਰਹਿਣ ਤੱਕ ਦਾ ਪੂਰਾ ਪ੍ਰੋਜੈਕਟ ਇਨਵੋਲਵ ਕਰਨਾ ਪਏਗਾ, ਫਿਰ ਅਸੀਂ ਆਪਣੇ ਸਰੀਰ ਨੂੰ 100 ਸਾਲ ਲਈ ਤਿਆਰ ਕਰ ਸਕਦੇ ਹੈਗੇ ਹਾਂ। ਸੋ ਉਸ ਚੀਜ਼ ਦੇ ਉੱਤੇ ਕੰਮ ਕਰਦੇ ਕਰਦੇ ਇੱਥੇ ਤੱਕ ਪਹੁੰਚੇ ਹੈਗੇ ਆ। ਇਹਦੇ 'ਚ ਸਾਡੀ ਸੰਸਥਾ ਦੇ ਨਾਲ ਨੈਸ਼ਨਲ ਲੈਵਲ ਦੇ ਜਿਹੜੇ ਇਹ ਲਗਾ ਲਓ ਕਿ ਜਿਹੜੇ ਬਾਇਓਮਾਸ ਔਰ ਗਲੋਬਲ ਵਾਰਮਿੰਗ ਦੇ ਐਕਟਿਵਿਸਟ ਨੇ, ਡਾਕਟਰ ਸ਼ਿਵਦਰਸ਼ਨ ਮਲਿਕ ਜੀ, ਉਹਨਾਂ ਦੇ ਨਾਲ ਸਾਡੀ ਟੈਕਨੀਕਲ ਕੋਲੈਬੋਰੇਸ਼ਨ ਹੋਈ ਔਰ ਉਹਨਾਂ ਦੇ ਸਪੋਰਟ ਦੇ ਨਾਲ ਅਸੀਂ ਇਹਦੀ ਇੱਟ, ਇਹਦਾ ਪਲਾਸਟਰ ਔਰ ਇਹਦਾ ਜਿਹੜਾ ਪੇਂਟ ਹੈ ਉਹ ਬਣਾਉਣ 'ਚ ਕਾਮਯਾਬ ਹੋਏ। ਔਰ ਜਿਹੜਾ ਕਿ ਤਿੰਨੋਂ ਚੀਜ਼ਾਂ ਕੈਮੀਕਲ ਫ੍ਰੀ ਹੈ, ਕਿਸੇ ਦੇ ਵਿੱਚ ਵੀ ਕੈਮੀਕਲ ਯੂਜ਼ ਨਹੀਂ ਕੀਤਾ ਗਿਆ ਹੈਗਾ। ਔਰ ਸੈਕੰਡਲੀ ਥਿੰਗ ਕਿ ਇਹਨਾਂ ਨੂੰ ਬਣਾਉਂਦੇ ਟਾਈਮ 'ਤੇ ਨਾ ਪਾਣੀ ਦੀ ਕਾਰਬਨ, ਕੈਮੀਕਲ, ਦੋਨੇ ਚੀਜ਼ਾਂ ਦੀ ਇਨਵੋਲਵੇਸ਼ਨ ਇਹਨਾਂ ਦੇ ਕੰਬੀਨੇਸ਼ਨ 'ਚ ਨਹੀਂ ਹੈਗੀ ਸੀ। ਤਾਂ ਕਿਉਂਕਿ ਗਲੋਬਲ ਵਾਰਮਿੰਗ ਦਾ ਵੀ ਆਪਣੇ ਆਪ ਦੇ ਵਿੱਚ ਇਹਦੇ 'ਚੋਂ ਸੋਲੂਸ਼ਨ ਸਾਨੂੰ ਮਿਲ ਗਿਆ ਹੈਗਾ। ਕੀ ਬਣਾਇਆ ਕੀ ਗਿਆ ਇੱਥੇ? ਮਟੀਰੀਅਲ ਕਿਹੜਾ ਯੂਜ਼ ਹੋਇਆ? ਜਿਸ ਤਰ੍ਹਾਂ ਤੁਸੀਂ ਇੱਟਾਂ ਕਹਿ ਰਹੇ ਹੋ, ਇੱਟਾਂ ਤਾਂ ਨਾਰਮਲੀ ਭੱਠੇ ਤੋਂ ਆਉਂਦੀਆਂ, ਸੀਮੈਂਟ ਲੱਗਾ ਹੋਏਗਾ, ਕਿਸ ਤਰ੍ਹਾਂ ਦਾ ਮਟੀਰੀਅਲ ਯੂਜ਼ ਹੋਇਆ? ਜਿਹੜੀ ਇੱਟ ਹੈ ਉਹਨੂੰ ਦੇਸੀ ਗਾਂ ਦੇ ਗੋਬਰ ਤੋਂ ਮਿੱਟੀ ਔਰ ਲਾਈਮ, ਜਿਹਨੂੰ ਚੂਨਾ ਕਹਿੰਦੇ ਨੇ, ਤਿੰਨਾਂ ਦੇ ਕੰਬੀਨੇਸ਼ਨ ਨਾਲ ਬਣਾਇਆ ਗਿਆ ਹੈਗਾ। ਔਰ ਇਸ ਤੋਂ ਬਾਅਦ ਜਿਹੜਾ ਪਲਸਟਰ ਹੈਗਾ ਉਹਦੇ ਵਿੱਚ ਜਿਪਸਮ ਯੂਜ਼ ਕੀਤੀ ਗਈ ਹੈ, ਨਿੰਬੂ ਦਾ ਸੱਤ ਯੂਜ਼ ਕੀਤਾ ਗਿਆ ਹੈਗਾ, ਮੇਥੀ ਯੂਜ਼ ਕੀਤੀ ਗਈ ਹੈਗੀ, ਗੁੜ ਯੂਜ਼ ਕੀਤਾ ਗਿਆ ਹੈਗਾ, ਤਾਂ ਹੋਰ ਵੀ ਹਰਬਸ ਵਿੱਚ ਯੂਜ਼ ਕੀਤੀਆਂ ਗਈਆਂ ਹੈਗੀਆਂ। ਜਿਹੜਾ ਪੇਂਟ ਆ ਉਹ 'ਚ ਵੀ ਸਭ ਕੁਝ ਇਸ ਤਰ੍ਹਾਂ ਦਾ ਹੀ ਮਟੀਰੀਅਲ ਯੂਜ਼ ਕੀਤਾ ਹੈਗਾ। ਤਾਂ 3 ਤਰ੍ਹਾਂ ਦੀ ਚੀਜ਼ਾਂ ਬਣਾਈਆਂ ਘਰ ਨੂੰ ਸਜਾਉਣ ਲਈ, ਬਣਾਉਣ ਲਈ, ਤਿੰਨੋਂ ਹੀ ਰਿਕੁਆਇਰਡ ਰਹਿੰਦੀਆਂ ਨੇ ਜੀ। ਕਿਹਾ ਜਾ ਸਕਦਾ ਕਿ ਪੰਜਾਬੀ ਬੱਚਿਆਂ ਨੂੰ ਦਰਸਾਉਂਦਾ ਮਾਡਰਨ ਘਰ? ਡੈਫੀਨੇਟਲੀ ਜਿਸ ਤਰੀਕੇ ਦੀ ਅਸੀਂ ਲੁੱਕ ਦਿੱਤੀ ਹੈ ਤੁਸੀਂ ਕਹਿ ਸਕਦੇ ਹੋ, ਬਟ ਅਸੀਂ ਇਸ ਪਰਪਸ ਨਾਲ ਨਹੀਂ ਬਣਾਇਆ ਕਿ ਅਸੀਂ ਓਨਲੀ ਪੰਜਾਬੀ ਵਿਰਸਾ ਦਿਖਾਉਣਾ ਹੈਗਾ, ਕਿਉਂਕਿ ਇਸ ਤਰ੍ਹਾਂ ਦੇ ਘਰ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਮਾਡਲ ਬਣਾਏ ਆ। ਲੇਕਿਨ ਮੇਨ ਚੀਜ਼ ਇਹ ਸੀ ਕਿ ਅਸੀਂ ਅੱਜ ਦੀ 21ਵੀਂ ਸਦੀ ਜਿਹੜੀ ਗਿਆਨ ਤੇ ਵਿਗਿਆਨ ਦਾ ਯੁੱਗ ਹੈ, ਇਸ ਮਸ਼ੀਨੀ ਯੁੱਗ ਦੇ ਵਿੱਚ ਜੋ ਧਰਤੀ ਦਾ ਹਾਲ ਬੇਹਾਲ ਹੋਇਆ ਹੈ, ਉਹਦਾ ਅਸੀਂ ਹੱਲ ਵੀ ਨਾਲ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਆ। ਬੇਸਿਕਲੀ ਅਸੀਂ ਨੈਚੁਰਲ ਹੈਲਥ ਸਾਇੰਸ ਨੂੰ ਇੰਟਰੋਡਿਊਸ ਕੀਤਾ ਇਹਦੇ ਜ਼ਰੀਏ ਕਿ ਸਾਡੀ ਨੈਚੁਰਲ ਸਾਇੰਸ ਇੰਨੀ ਬੈਟਰ ਹੈ ਕਿ ਅਸੀਂ ਜ਼ਰੂਰੀ ਨਹੀਂ ਕਿ ਵਿਦੇਸ਼ਾਂ ਤੋਂ ਸਲਾਹ ਲੈਣੀ ਆ। ਸਾਡੇ ਕੋਲ ਅਸੀਂ ਇੰਨੇ ਕੁ ਰਿਚ ਹੈਗੇ ਆ ਨੈਚੁਰਲ ਸਾਇੰਸ ਨੂੰ ਲੈ ਕੇ, ਅਸੀਂ ਵਿਦੇਸ਼ਾਂ ਨੂੰ ਸਲਾਹ ਦੇ ਸਕਦੇ ਹੈਗੇ ਆ। ਵੱਡੇ ਵੱਡੇ ਮੁਲਕ ਅੱਜ ਗਲੋਬਲ ਵਾਰਮਿੰਗ ਦੇ ਉੱਤੇ ਗੱਲ ਕਰ ਰਹੇ ਆ। ਦੇਖੋ ਅੱਜ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹਨਾਂ ਦੇ ਘਰਾਂ ਦੇ ਉੱਤੇ ਤੁਸੀਂ ਫਾਈਂਡ ਆਊਟ ਕਰੋ ਇਹਨਾਂ ਦਾ ਮਟੀਰੀਅਲ ਕੀ ਹੈ। ਬਹੁਤ ਸਾਰੇ ਘਰ ਲੱਕੜ ਦੇ ਨੇ, ਬਹੁਤ ਸਾਰੇ ਘਰ ਸਟ੍ਰॉ ਬੇਲੇ ਦੇ, ਜਿਹਨੂੰ ਪਰਾਲੀ ਕਹਿ ਦਿੰਦੇ ਆ। ਉਹ ਪਰਾਲੀ ਦਾ ਪੰਜਾਬ ਦੇ ਵਿੱਚ ਇਸ਼ੂ ਬਣਿਆ ਹੁੰਦਾ ਹਰ ਸਾਲ ਗੈਟਿੰਗ। ਤੇ ਜੇ ਸਾਨੂੰ ਉਹਦੀ ਥੋੜੀ ਟ੍ਰੇਨਿੰਗ ਔਰ ਸਮਝ ਆ ਜਾਵੇ, ਉਸ ਪਰਾਲੀ ਦਾ ਬਹੁਤ ਲਗਜ਼ਰੀਅਸ ਘਰ ਹਾਊਸ ਬਣਾ ਸਕਦੇ ਹੋ। ਹੁਣ ਇਸ ਘਰ ਦੀ ਸਪੈਸੀਫਿਕੇਸ਼ਨ ਮੋਟੇ ਅਗਰ ਮੈਂ ਤੁਹਾਨੂੰ ਦੱਸਾਂ, ਸਭ ਤੋਂ ਪਹਿਲਾਂ ਤਾਂ ਇਹ ਰੇਡੀਏਸ਼ਨ ਤੋਂ ਡੀਲਿੰਕ ਕਰਦਾ ਤੁਹਾਡੀ ਬੋਡੀ ਨੂੰ। ਸੈਕੰਡਲੀ ਜਿੰਨਾ ਵੀ ਕੈਮੀਕਲਸ ਹਜ਼ਾਰਡਸ ਕੈਮੀਕਲ ਹੈ, ਸਸਪੈਂਡੀਕਲ ਪਾਰਟੀਕਲਸ ਨੇ ਜਿਹੜੇ ਹਵਾ 'ਚ ਮਿਕਸ ਹੋ ਕੇ ਸਾਡੀ
ਲੰਗਸ ਮੀਨਸ ਫੇਫੜੇ ਸਾਡੀ ਸਕਿਨ ਦੇ ਉੱਪਰ ਅਟੈਕ ਕਰਦੇ ਨੇ, ਉਹਨਾਂ ਨੂੰ ਇਹਦੀਆਂ ਕੰਧਾਂ ਐਬਜ਼ੌਰਬ ਕਰ ਲੈਂਦੀਆਂ ਨੇ, ਤਾਂ ਇਹਨੂੰ ਸਾਹ ਲੈਣ ਵਾਲੀਆਂ ਕੰਧਾਂ ਬੋਲਿਆ ਗਿਆ ਹੈਗਾ। ਠੀਕ, ਤਾਂ ਉਸ ਤੋਂ ਅੱਗੇ ਇਹ ਥਰਮਲ ਇਨਸੂਲੇਸ਼ਨ ਦੇ ਕੰਮ ਕਰਦਾ ਹੈ, ਮਤਲਬ ਜੇ ਸਰਦੀ ਹੈ ਤਾਂ ਕਮਰੇ ਤੁਹਾਨੂੰ ਗਰਮ ਨਿੱਘੇ ਮਿਲਣਗੇ, ਗਰਮੀ ਹੈ ਤਾਂ ਕਮਰੇ ਤੁਹਾਨੂੰ ਠੰਡੇ ਮਿਲਣਗੇ। ਸੋ ਇਹ ਸਪੈਸੀਫਿਕੇਸ਼ਨ ਤੁਹਾਨੂੰ ਸਿਰਫ ਇਸ ਘਰ 'ਚ ਨਾ ਏਸੀ ਦੀ ਜ਼ਰੂਰਤ ਹੈ ਨਾ ਹੀ ਹੀਟਰ ਦੀ ਜ਼ਰੂਰਤ ਹੈ। ਔਰ ਅਗਰ ਸਟ੍ਰੋਬੇਲੇ ਵੇਲੇ ਦਾ ਪਰਾਲੀ ਦਾ ਵੀ ਘਰ ਬਣਾਇਆ ਜਾਏਗਾ ਉਹ ਵੀ ਸੇਮ ਸਪੈਸੀਫਿਕੇਸ਼ਨ 'ਤੇ ਕੰਮ ਕਰਦਾ ਹੈਗਾ। ਅਸੀਂ ਇੱਕ ਨੈਕਸਟ ਮਾਡਲ ਉਹਦਾ ਵੀ ਬਣਾਉਣ ਜਾ ਰਹੇ ਹੈਗੇ। ਸੋ ਇਹ ਚੀਜ਼ਾਂ ਸਾਡੇ ਕੋਲ ਹਨ। ਅੱਛਾ, ਇੱਕ ਹੋਰ ਸੋਲਿਊਸ਼ਨ ਹੈ ਇਹਦੇ 'ਚ, ਕਰਜ਼ਾ ਨਹੀਂ ਚੜ੍ਹੇਗਾ ਤੁਹਾਡੇ ਸਿਰ 'ਤੇ। ਅੱਜ ਹਰ ਬੰਦਾ ਜਿਹੜਾ ਬੰਦਾ ਘਰ ਬਣਾਉਂਦਾ ਹੈਗਾ ਉਹਦੇ ਸਿਰ 'ਤੇ ਕਰਜ਼ਾ ਚੜ੍ਹ ਜਾਂਦਾ, ਜਾਣੇ ਚੜ੍ਹ ਜਾਂਦਾ, ਉਹਨੂੰ ਪਤਾ ਵੀ ਨਹੀਂ ਲੱਗਦਾ ਹੈਗਾ। ਤੇ ਕਰਜ਼ਾ ਨਹੀਂ ਚੜ੍ਹੇਗਾ, ਗਰੀਬ ਤੋਂ ਗਰੀਬ ਬੰਦਾ ਵੀ ਇਹਦੇ ਵਿੱਚ ਲਗਜ਼ਰੀਅਸ ਡਿਜ਼ਾਈਨਿੰਗ ਦੇ ਸਕਦਾ ਹੈਗਾ ਔਰ ਬੜੀ ਸ਼ਾਂਤਮਈ। ਔਰ ਵੈਸੇ ਵੀ ਇੱਕ ਆਕਸੀਜਨ ਚੈਂਬਰ ਹੈ। ਜੇ ਅਸੀਂ ਆਪਾਂ ਦੁਨੀਆ ਨਹੀਂ ਬਦਲ ਸਕਦੇ, ਆਪਾਂ ਇੰਡਸਟਰੀ ਨਹੀਂ ਬੰਦ ਕਰਾ ਸਕਦੇ, ਆਪਾਂ ਇੱਕਦਮ ਕਹੀਏ ਕਿ ਦੁਨੀਆ ਇਸ ਚੀਜ਼ ਨੂੰ ਸਮਝੇ, ਉਹ ਚੀਜ਼ ਇੰਪੋਸੀਬਲ ਹੈ। ਲੇਕਿਨ ਕਮ ਸੇ ਕਮ ਜੇ ਅਸੀਂ ਆਪਣੇ ਸਰੀਰ ਨੂੰ 100 ਸਾਲ ਦੇ ਸਫ਼ਰ ਲਈ ਤਿਆਰ ਕਰਨਾ ਹੈ ਤਾਂ ਕਮ ਸੇ ਕਮ ਅਸੀਂ ਆਪਣੇ ਘਰ ਦੀਆਂ ਕੰਧਾਂ ਨੂੰ ਬਰੀਥੇਬਲ ਬਣਾ ਸਕਦੇ ਹਾਂ, ਜਿਹਦੇ ਵਿੱਚ ਤੁਸੀਂ ਆਪਣੇ ਬਾਡੀ ਦੇ ਹਰ ਸੈੱਲ ਦੀ ਪ੍ਰੋਟੈਕਸ਼ਨ ਕਰ ਸਕਦੇ ਹੋ, ਸੈੱਲ ਦੀ ਮੈਂਬਰ ਨੂੰ ਸਟਰੋਂਗ ਕਰ ਸਕਦੇ। ਜਿਹੜੀ ਮੈਂ ਹੁਣ ਰੇਡੀਏਸ਼ਨ ਤੋਂ ਡੀਲਿੰਕ ਦੀ ਗੱਲ ਕੀਤੀ ਆ, ਅਗਰ ਅਸੀਂ ਹਰ ਇਨਸਾਨ ਆਪਣੇ ਪੂਰੇ ਦਿਨ ਦੇ 10 ਤੋਂ 12 ਘੰਟੇ ਆਪਣੇ ਘਰੇ ਸਪੈਂਡ ਕਰਦਾ, ਅਗਰ ਤੁਹਾਡੇ ਘਰ ਦੀਆਂ ਕੰਧਾਂ ਬਰੀਥੇਬਲ ਨੇ, ਇਸ ਤਰ੍ਹਾਂ ਮਟੀਰੀਅਲ ਤੋਂ ਬਣੀਆਂ ਹੋਈਆਂ ਨੇ, ਤਾਂ ਇਹ ਜਿਹੜੀਆਂ ਹੈਗੀਆਂ ਰੇਡੀਏਸ਼ਨ ਤੋਂ ਤੁਹਾਨੂੰ ਡੀਲਿੰਕ ਕਰਨੀ ਹੈ, ਜਿਹਦੇ ਨਾਲ ਤੁਹਾਡਾ ਨਰਵਸ ਸਿਸਟਮ ਸਟਰੋਂਗ ਰਹੇਗਾ, ਮੈਟਾਬੋਲਿਕ ਸਿਸਟਮ ਸਟਰੋਂਗ ਰਹੇਗਾ, ਸੈੱਲ ਦੀ ਮੈਂਬਰਨ ਸਟਰੋਂਗ ਰਹੇਗੀ, ਗੈਟਿੰਗ, ਔਰ ਤੁਹਾਡੀ ਯਾਦਾਂ ਸ਼ਕਤੀ ਅੱਛੀ ਰਹੇਗੀ, ਤੁਹਾਡੇ ਜਿਹੜੇ ਬਾਡੀ ਦੀ ਜਿਹੜੀ ਇਮਿਊਨਿਟੀ ਹੈ ਉਹ ਟੋਨ ਅਪ ਰਹੇਗੀ ਇਹਦੇ ਅੰਦਰ ਰਹਿ ਕੇ, ਤੁਹਾਡੇ ਮਨ ਨੂੰ ਸ਼ਾਂਤੀ ਆਏਗੀ, ਭੜਕਣ ਖਤਮ ਹੋ ਜਾਏਗੀ। ਅੱਜ 1 ਕਰੋੜ ਦੀ ਬੰਦਾ ਕੋਠੀ ਪਾਉਂਦਾ, ਉਸ ਤੋਂ ਬਾਅਦ ਡਾਕਟਰ ਤੋਂ ਗੋਲੀਆਂ ਖਾਂਦਾ, ਕਹਿੰਦਾ ਡਾਕਟਰ ਸਾਹਿਬ ਨੀਂਦ ਨਹੀਂ ਆਉਂਦੀ ਮੈਨੂੰ। ਤਾਂ ਇਹ ਹੋ ਕੇ ਰੀਜ਼ਨ ਉਹਨੂੰ ਅਣਜਾਣੇ 'ਚ ਉਹਨੂੰ ਨਹੀਂ ਪਤਾ ਹੈਗਾ ਕਿ ਉਸ ਕੈਮੀਕਲ ਵਾਲੇ এনवायरमेंट 'ਚ ਉਹਦੀ ਬਾਡੀ ਕੰਫਰਟ ਨਹੀਂ ਹੋ ਰਹੀ, ਕੰਫਰਟ ਜ਼ੋਨ ਖਤਮ ਕਰ ਲੈਂਦਾ ਉਹਦੀ ਬਾਡੀ, ਤਾਂ ਉਹਨੂੰ ਬਾਹਰ ਨੂੰ ਭਟਕਣਾ ਲੱਗਦੀ ਹੈਗੀ ਹੈ। ਫਿਰ ਉਹਦਾ ਟੈਂਪਰੇਚਰ ਹਾਈ ਹੁੰਦਾ ਹੈ, ਉਹ ਸ਼ਾਰਟ ਟੈਂਪਰ ਹੁੰਦਾ ਹੈ, ਉਹਦੀ ਯਾਦਾਂ ਸ਼ਕਤੀ ਘਟ ਜਾਂਦੀ ਹੈਗੀ ਹੈ, ਸਟ੍ਰੈਸ ਵੱਧ ਜਾਂਦੀ ਹੈਗੀ ਹੈ, ਪਚਣਾ ਬੰਦ ਹੋਇਆ। ਤਾਂ ਫਿਜ਼ੀਕਲੀ ਚੈਲੰਜ ਹਰ ਜਗ੍ਹਾ ਜੁੜੇ ਹੁੰਦੇ ਨੇ। ਔਰ ਨੇਚਰੋਪੈਥੀ 'ਚ ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ ਲਿਖ ਦਿੱਤਾ ਗਿਆ ਕਿ ਤੁਸੀਂ ਜਿਹੜੇ ਮੂਡ ਦੇ ਵਿੱਚ ਖਾਣਾ ਖਾਓਗੇ ਉਹ ਖਾਣਾ ਉਹ ਚੀਜ਼ ਅੰਦਰ ਬਣਾਏਗਾ। ਖੁਸ਼ੀ ਦੇ ਮੂਡ 'ਚ ਖਾਓਗੇ ਅੰਮ੍ਰਿਤ ਬਣ ਜਾਏਗਾ, ਕਿਸੇ ਡਰ, ਭੈ, ਨਿਰਾਸ਼ਾ, ਸਟ੍ਰੈਸ 'ਚ ਖਾਓਗੇ ਤਾਂ ਜ਼ਹਿਰ ਬਣ ਜਾਏਗਾ। ਔਰ ਡਰ ਦੇ ਵਿੱਚ ਖਾਧਾ ਹੋਇਆ ਖਾਣਾ ਤੁਹਾਡੀ ਕਿਡਨੀ 'ਤੇ ਅਟੈਕ ਕਰਦਾ, ਚਿੰਤਾ 'ਚ ਖਾਧਾ ਹੋਇਆ ਖਾਣਾ ਤੁਹਾਡੇ ਲੰਗਸ 'ਤੇ ਅਟੈਕ ਕਰਦਾ। ਤਾਂ ਇਸੇ ਤਰ੍ਹਾਂ ਅਲੱਗ-ਅਲੱਗ ਆਰਗਨਸ ਦੇ ਉੱਪਰ ਤੁਹਾਡੇ ਖਾਣਾ ਜਿਸ ਵੀ ਮੂਡ 'ਚ ਅਸੀਂ ਖਾਂਦੇ ਹਾਂ, ਸਾਡਾ ਲੀਵਰ ਉਸ ਤਰ੍ਹਾਂ ਦੇ ਜੂਸਸ ਬਣਾ ਕੇ ਬਾਡੀ ਨੂੰ ਬਾਇਓਕੈਮੀਕਲ ਐਕਸ਼ਨ ਦਿੰਦਾ ਹੈਗਾ। ਸੋ ਇਹ ਨੈਚੁਰਲ ਹੈਲਥ ਸਾਇੰਸ ਔਰ ਇਹ ਕਿਸੇ ਇਨਸਾਨ ਦੀ ਤਾਂ ਬਣਾ ਹੀ ਨਹੀਂ ਹੋਈ, ਔਰ ਇਹ ਕਈ ਹਜ਼ਾਰਾਂ ਸਾਲਾਂ ਤੋਂ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਇਸ ਪੂਰੇ ਨੈਚੁਰਲ ਸਾਇੰਸ ਜਿਹੜੇ ਨਿਯਮ ਨੇ, ਪ੍ਰਿੰਸੀਪਲ ਨੇ, ਉਹ ਲਿਖੇ ਪਏ ਨੇ। ਅਸੀਂ ਸਿਰਫ ਉਹ ਪੜ੍ਹੇ ਹੈ ਔਰ ਆਪਣੀ ਦੇਸ਼ ਨੂੰ ਤੰਦਰੁਸਤ ਕਰਨ ਲਈ, ਕੈਮੀਕਲ ਮੁਕਤ ਕਰਨ ਲਈ, ਕਾਰਬਨ ਮੁਕਤ ਕਰਨ ਲਈ। ਜ਼ਰੂਰੀ ਨਹੀਂ ਕਿ ਸਾਰੀ ਚੀਜ਼ ਗੋਰਿਆਂ ਨੇ ਪਹਿਲਾਂ ਕਰਨੀ ਹੈ। ਜੇ ਸਾਡੇ ਕੋਲ ਇਹਦਾ DNA ਹੈ ਇਹਨਾਂ ਚੀਜ਼ਾਂ ਦਾ, ਤੇ ਸਾਡਾ ਮੁਲਕ ਕਿਉਂ ਨਹੀਂ ਇਹਨੂੰ ਪਹਿਲਾਂ ਕਰੇ? ਅੱਜ ਉਹਦੇ ਉੱਤੇ ਐਕਸਪੈਰੀਮੈਂਟ ਵੀ ਹੋ ਰਿਹਾ, ਰਿਸਰਚ ਐਂਡ ਡਿਵੈਲਪਮੈਂਟ ਵੀ ਹੋ ਰਹੀ ਹੈ, ਪ੍ਰਮੋਸ਼ਨ ਵੀ ਕਰਾਂਗੇ। ਗਲੋਬਲ ਵਾਰਮਿੰਗ ਤੇ ਜਿੱਥੇ ਅਮਰੀਕਾ ਨੇ ਪਤਾ ਨਹੀਂ ਕੀ ਲੱਭ ਕੇ ਲੋਕਾਂ ਨੂੰ ਪੇਸ਼ ਕਰਨਾ, ਲੇਕਿਨ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਹਾਂ। ਪ੍ਰੈਕਟੀਕਲ ਕਰਕੇ ਦੇਖਣ, ਸਾਰੇ ਮੁਲਕ ਕਰਕੇ ਦੇਖਣ, ਸਾਰੀਆਂ ਸਟੇਟਸ ਕਰਕੇ ਦੇਖਣ। ਇਹਦੇ ਨਾਲ ਸਾਡਾ ਜਿਹੜਾ ਬੜਾ ਰਿਸਪੈਕਟਡ ਜਿਹੜਾ ਐਨੀਮਲ ਹੈ, ਜਿਹਨੂੰ ਆਪਾਂ ਗਊ ਮਾਤਾ ਕਹਿ ਦਿੰਦੇ ਹਾਂ, ਦੇਸੀ ਗਾਂ, ਉਹਦੀ ਰਿਸਪੈਕਟ ਵੱਧਦੀ ਹੈ ਕਿਉਂਕਿ ਇਹਦੇ 'ਚ ਬੇਸ ਹੀ ਉਹਦਾ ਗੋਬਰ ਯੂਜ਼ ਕੀਤਾ ਗਿਆ। ਹਾਈਲੀ ਬਾਈਂਡਰ ਆ, ਉਹ ਬਹੁਤ ਜਲਦੀ ਪਕੜ ਬਣਾ ਕੇ ਦਿੰਦਾ ਹੈਗਾ। ਔਰ ਉਹ ਤੋਂ ਵੀ ਬੈਸਟ ਹੈਗਾ ਬੈਲ ਦਾ ਜਿਹੜਾ ਗੋਬਰ ਹੈਗਾ, ਉਹ ਬੈਸਟ। ਇਹ ਰਿਸਰਚ ਦਾ ਪਾਰਟ ਹੈ, ਮੇਰਾ ਪਾਰਟ ਨਹੀਂ ਹੈਗਾ, ਠੀਕ ਹੈ? ਕਿਉਂਕਿ ਜਦੋਂ ਅਸੀਂ ਗਾਂ ਔਰ ਬੈਲ ਦੀ ਵਰਡਿੰਗ ਯੂਜ਼ ਕਰਦੇ ਹੈਗੇ ਆ ਨਾ, ਤਾਂ ਜਿਹੜੇ ਅੱਜ ਤਕਨੀਕੀ ਯੁੱਗ ਵਾਲੀ ਜਿਹੜੀ ਦੁਨੀਆ ਹੈਗੀ ਆ, ਉਹ ਥੋੜਾ ਅਨਕੰਫਰਟੇਬਲ ਫੀਲ ਕਰਦੀ ਹੈਗੀ ਆ। ਸੋ ਇਹ ਚੀਜ਼ਾਂ ਸਾਨੂੰ ਗੋਡ ਗਿਫਟਡ ਨੇ। ਇਹਨਾਂ ਚੀਜ਼ਾਂ ਵੱਲ ਅਗਰ ਅਸੀਂ ਆਉਂਦੇ ਤਾਂ ਹੋਰ ਵੀ ਬਹੁਤ ਕੁਛ ਅਸੀਂ ਵਿਸ਼ਵ ਨੂੰ ਦੇ ਸਕਦੇ ਹੈਗੇ। ਜਿੱਦਾਂ ਛੱਤਾਂ ਦੀ ਗੱਲ ਕੀਤੀ ਜਾਵੇ, ਬਾਂਸ ਦੇ ਵਾਧਰੇ ਵੀ ਬਣਾਏ ਗਏ, ਛੱਤਾਂ ਕਿਸ ਤਰ੍ਹਾਂ ਦੀਆਂ, ਜਾਂ ਦੂਸਰੇ ਪਾਸੇ ਗੱਲ ਕੀਤੀ ਜਾਵੇ ਜਿਹੜੇ ਬਟਨ ਹੈ ਤੇ ਬਿਜਲੀ ਦੇ, ਉਹ ਵੀ ਕੁਝ ਅਲੱਗ ਤਰੀਕੇ ਦੇ। ਦੇਖੋ, ਵਾਧਰੇ ਦੀ ਗੱਲ ਕਰੀਏ ਤਾਂ ਇਹਨਾਂ ਕੰਧਾਂ ਨੂੰ ਬਾਰਿਸ਼ ਦੇ ਪਾਣੀ ਤੋਂ ਬਚਾਉਣ ਵਾਸਤੇ, ਲਾਈਫ ਲੰਬੀ ਕਰਨ ਵਾਸਤੇ ਇਹ ਵਾਧਰੇ ਜਿਹੜੇ ਕਿ ਜ਼ਰੂਰੀ ਹੁੰਦੇ ਨੇ ਉਹ ਦਿੱਤੇ ਗਏ ਨੇ। ਦੂਸਰਾ, ਸਜਾਵਟ ਵੀ ਸੋਹਣਾ ਲੱਗਦਾ ਹੈਗਾ ਘਰ। ਤੀਸਰਾ ਹੈਗਾ ਜਿਹੜੀਆਂ ਸਵਿਚਸ ਦੀ ਗੱਲ ਕੀਤੀ ਹੈਗੀ ਆ, ਇਹਨਾਂ ਨੂੰ ਸਪੈਸ਼ਲ ਅਸੀਂ ਜਿਹੜੀ ਕੰਪਨੀ ਹੈਗੀ, ਫਾਈਨ ਕੰਪਨੀ ਦੀਆਂ ਨੇ ਆਈ ਥਿੰਕ, ਉਹ ਉਹਨਾਂ ਤੋਂ ਮੰਗਵਾਇਆ ਹੈਗਾ, ਉਹਨਾਂ ਨੇ ਬਾਈ ਆਰਡਰ ਬਣਾ ਕੇ ਦਿੱਤੀਆਂ ਨੇ ਸਾਨੂੰ। ਤਾਂ ਇਹਦੇ 'ਚ ਪਿੱਤਲ ਲੱਗਾ ਹੋਇਆ ਹੈ, ਠੀਕ ਹੈ? ਨਾਰਮਲ ਆਪਾਂ ਮਹਿੰਗੀ ਤੋਂ ਮਹਿੰਗੀ ਸਵਿਚ ਲੈਣੇ, ਮੈਂ ਇਹ ਚੀਜ਼ ਅਸੀਂ ਐਕਸਪੀਰੀਅੰਸ ਕੀਤੀ, ਮੈਂ ਤਾਂ ਸ਼ੇਅਰ ਕਰਨ ਲੱਗਿਆ। ਇਹਦੀ ਕਾਸਟ ਵੀ ਕੋਈ ਜ਼ਿਆਦਾ ਨਹੀਂ, 25-30 ਰੁਪਏ ਦੀ ਇੱਕ ਸਵਿਚ ਹੈ, ਲੇਕਿਨ ਇਹਦੇ ਅੰਦਰ ਪਿੱਤਲ ਯੂਜ਼ ਕੀਤਾ ਹੈ। ਅੱਜ ਕਿਸੇ ਵੀ ਸਵਿਚ 'ਚ ਅੰਦਰ ਪਿੱਤਲ ਹੀ ਨਹੀਂ ਆਉਂਦਾ ਹੈਗਾ,
ਗੈਟਿੰਗ ਲੇਕਿਨ ਉਹ 50 60 100 ਰੁਪਏ ਤੱਕ ਵੀ ਚਲੀ ਜਾਂਦੀ ਹੈਗੀ। ਸੋ ਇਹ ਪੁਰਾਣੇ ਘਰ ਨੂੰ ਦਰਸਾਉਂਦੀ ਥੋੜਾ ਮਾਡਲ ਅਸੀਂ ਲੁੱਕ ਉਸ ਦਿੱਤੀ ਹੈਗੀ, ਬਟ ਜ਼ਰੂਰੀ ਨਹੀਂ ਇਹਦਾ ਪੁਰਾਣਾ ਘਰ ਹੀ ਬਣਾਉਣਾ ਹੈ। ਤੁਸੀਂ ਅੱਜ ਦੇ ਐਲੀਵੇਸ਼ਨ ਨੂੰ ਵੀ ਇਹਦੇ 'ਚ ਤਿਆਰ ਕਰ ਸਕਦੇ ਹੋ, ਹਰ ਚੀਜ਼ ਨੂੰ ਤਿਆਰ ਕਰ ਸਕਦੇ ਹੋ। ਹੁਣ ਇਹ 'ਚ ਬੇਸਮੈਂਟ ਬਣੀ ਹੈ, ਅਗਰ ਇਹੀ ਬੇਸਮੈਂਟ ਕੰਕਰੀਟ 'ਚ ਬਣਾਈ ਹੁੰਦੀ ਤਾਂ ਉਹਦੇ 'ਚ ਸਫੋਕੇਸ਼ਨ ਬਹੁਤ ਹੋਣੀ ਸੀ, ਤੇ ਤੁਸੀਂ ਇਹਦੇ 'ਚ ਐਂਟਰ ਕਰੋਗੇ ਤਾਂ ਤੁਹਾਨੂੰ ਕੋਈ ਸਫੋਕੇਸ਼ਨ ਨਹੀਂ ਮਿਲੇਗੀ। ਔਰ ਇਸ ਘਰ ਨੂੰ ਨੇਚੁਰਲ ਹੈਲਥ ਸਾਇੰਸ ਦੇ, ਨੇਚਰਪੈਥੀ ਦੇ 5 ਪ੍ਰਿੰਸੀਪਲ ਨੂੰ ਮੁੱਖ ਰੱਖਦੇ ਹੋਏ ਤਿਆਰ ਕੀਤਾ। 5 ਪ੍ਰਿੰਸੀਪਲ ਕਿਹੜੇ ਨੇ? ਆਕਾਸ਼, ਵਾਯੂ, ਜਲ, ਅਗਨੀ ਔਰ ਪ੍ਰਿਥਵੀ। ਇਹ 5 ਚੀਜ਼ਾਂ ਸਾਡੀ ਬਾਡੀ ਨੂੰ ਬੈਲੈਂਸ ਕਰਦੀਆਂ ਨੇ, ਔਰ ਇਹ 5 ਚੀਜ਼ਾਂ ਤੁਹਾਡੇ ਦੇ ਮੁਤਾਬਕ ਤੁਹਾਡਾ ਘਰ ਬਣਿਆ ਹੋਣਾ ਚਾਹੀਦਾ, ਫਿਰ ਜਾ ਕੇ ਤੁਹਾਡੀ ਬਾਡੀ ਇਹਦੇ 'ਚ ਕੰਫਰਟ ਜ਼ੋਨ 'ਚ ਰਹਿੰਦੀ ਹੈ ਔਰ 100 ਸਾਲ ਦੇ ਜੀਵਨ ਲਈ ਤਿਆਰ ਹੁੰਦੀ ਹੈ। ਔਰ ਇਹ ਘਰ 5 ਪ੍ਰਿੰਸੀਪਲ ਨੂੰ ਫੋਲੋ ਕਰਦੇ ਬਣਾਇਆ। ਤੁਸੀਂ ਬੇਸਮੈਂਟ 'ਚ ਵੀ ਜਾਓਗੇ, ਅਗਰ ਸਨਲਾਈਟ ਹੈ ਤਾਂ ਤੁਹਾਨੂੰ ਬੇਸਮੈਂਟ 'ਚ ਵੀ ਸਨਲਾਈਟ ਐਂਟਰ ਕਰਦੀ ਮਿਲੇਗੀ, ਠੀਕ ਹੈ। ਹਰ ਜਗ੍ਹਾ ਤੇ ਵੈਂਟੀਲੇਸ਼ਨ ਮਿਲੇਗੀ, ਹਰ ਤਰਫ ਤੋਂ ਲਾਈਟ ਮਿਲੇਗੀ, ਔਰ ਉਹ ਸਾਰਾ এনवायरमेंट ਜਿਹਦੇ 'ਚ ਤੁਸੀਂ ਬੈਠ ਕੇ ਆਪਣੇ ਮਨ ਨੂੰ ਕੋਈ ਜੇ ਰੱਬ ਦਾ ਨਾਂ ਲੈਣਾ ਤਾਂ ਉਹ ਲੈ ਸਕਦੇ ਹੋ, ਕੋਈ ਬੁੱਕਸ ਪੜ੍ਹਨੀ ਉਹ ਪੜ੍ਹ ਸਕਦੇ ਹੋ, ਬੈਠ ਕੇ ਫੈਮਿਲੀ 'ਚ ਟਾਈਮ ਸਪੈਂਡ ਕਰਨਾ ਉਹ ਕਰ ਸਕਦੇ ਹੋ। ਕਾਲਾਪਨ ਨਹੀਂ ਹੋਏਗਾ, ਤੁਹਾਨੂੰ ਇਹ ਨਹੀਂ ਹੋਏਗਾ ਕਿ ਮੈਂ ਜਲਦੀ ਬਾਹਰ ਭੱਜਾਂ, ਤੁਹਾਨੂੰ ਇਹ ਹੋਏਗਾ ਮੈਂ ਇੱਥੋਂ ਜਾਵਾਂ ਹੀ ਨਾ। ਗੈਟਿੰਗ ਔਰ ਇਹ ਬਾਕੀ ਇਹ ਚੀਜ਼ਾਂ ਹੁਣ ਕਿਉਂਕਿ ਬਣ ਗਿਆ, ਇਹ ਕੋਈ ਕੈਨੇਡਾ ਅਮਰੀਕਾ ਤਾਂ ਹੈ, ਬਣਿਆ ਨਹੀਂ ਕਿ ਆਪਾਂ ਵੀਜ਼ਾ ਲੈਣਾ, ਆਪਣੇ ਮੁਲਕ 'ਚ ਬਣਿਆ ਹੈਗਾ, ਵਿਜ਼ਿਟ ਕਰੋ ਔਰ ਤੁਸੀਂ ਐਕਸਪੀਰੀਅੰਸ ਲੈ ਸਕਦੇ ਹੋ। ਖਰਚਾ ਕਿੰਨਾ ਹੋ ਗਿਆ ਸਰ? ਇਹ 10 ਮਰਲੇ 'ਚ ਬਣਿਆ ਜੀ, ਔਰ ਇਹਦੀ ਅਸੀਂ ਬੇਸਮੈਂਟ ਵੀ ਤਿਆਰ ਕੀਤੀ ਆ ਔਰ ਗਰਾਊਂਡ ਫਲੋਰ ਵੀ ਤਿਆਰ ਕੀਤਾ, ਔਰ ਪ੍ਰੋਵੀਜ਼ਨ ਅਸੀਂ ਫਸਟ ਫਲੋਰ 'ਤੇ ਵੀ ਦਿੱਤੀ ਹੋਈ ਹੈ। ਮਤਲਬ ਇਹਦੇ ਉੱਪਰ ਇੱਕ ਫਲੋਰ ਹੋਰ ਬਣਾਉਣੀ ਤਾਂ ਬਣੇਗੀ, ਬੜੀ ਆਰਾਮ ਨਾਲ ਬਣੇਗੀ ਔਰ ਬੜੀ ਮਜ਼ਬੂਤੀ ਨਾਲ ਬਣੇਗੀ। ਤਾਂ ਇੱਥੋਂ ਤੱਕ ਆਉਂਦੇ ਇਹਨੂੰ ਅਸੀਂ ਥੋੜਾ ਲਗਜ਼ਰੀ ਮਾਡਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਫਰਨੀਚਰ ਉਸ ਤਰ੍ਹਾਂ ਦਾ ਚੂਜ਼ ਕੀਤਾ, ਤਾਂ ਸਾਡਾ 20-22 ਲੱਖ ਰੁਪਏ ਕਾਸਟ ਆਈ ਹੈ। ਮਤਲਬ 20-22 ਲੱਖ ਦੇ ਵਿੱਚ 10 ਮਰਲੇ ਦਾ ਘਰ ਫਿਨਿਸ਼ ਕੰਪਲੀਟ ਹੋ ਗਿਆ, ਤਿਆਰ ਹੋ ਗਿਆ। ਕਿੰਨੇ ਕਮਰੇ ਜੀ? ਇਹਦੇ 'ਚ ਆਈ ਥਿੰਕ 3 ਉੱਪਰ ਔਰ 3 ਨੀਚੇ 6 ਕਮਰੇ ਆ। ਬਾਥਰੂਮ ਅਲੱਗ ਹੈ, ਲੈਟਰਿੰਗ ਇਹਦੀ ਸੈਪਰੇਟ ਹੈ ਉਹਦੇ ਤੋਂ, ਕਿਚਨ ਇਸ ਤੋਂ ਵੀ ਅਲੱਗ ਹੈ ਕਟਿੰਗ, ਔਰ ਵਰਾਂਡਾ ਇਸ ਤੋਂ ਅਲੱਗ ਹੈ। ਬਾਕੀ ਜਿਹੜਾ ਆਂਗਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵਿਹੜਾ, ਉਹ ਫਿਰ ਬਚ ਗਿਆ ਕਟਿੰਗ, ਜਿਹੜਾ ਕਿ ਬਹੁਤ ਜ਼ਰੂਰੀ ਹੈ। ਅੱਜ ਕੰਪਲੀਟ ਕਵਰਡ ਏਰੀਆ ਹੋਣ ਕਰਕੇ ਜਿਹੜਾ ਆਕਾਸ਼ ਤੱਤ ਹੈ, ਜਿਹੜਾ ਕਿ ਸਾਡੇ ਹੈੱਡ ਪੋਰਸ਼ਨ ਦਾ ਹੁੰਦਾ ਹੈ, ਉਹ ਸਾਰਿਆਂ ਦੇ ਵਿੱਚ ਘਟਦਾ ਹੈ। ਹੁਣ ਇਹਨੂੰ ਥੋੜਾ ਸਿੰਪਲੀਫਾਈ ਕਰ ਦਿੰਦਾ ਹੈ। ਆਕਾਸ਼ ਤੱਤ ਤੁਹਾਡੇ ਨਰਵਸ ਸਿਸਟਮ ਨੂੰ ਟੋਨ ਅਪ ਕਰਨ ਦੇ ਕੰਮ ਆਉਂਦਾ, ਤੁਹਾਡੀ ਮੈਮਰੀ ਨੂੰ ਟੋਨ ਅਪ ਕਰਨ ਦੇ ਕੰਮ ਆਉਂਦਾ, ਤੁਹਾਡੀ ਯਾਦਦਾਸ਼ਤ ਸ਼ਕਤੀ, ਡਿਸੀਜਨ ਮੇਕਿੰਗ, ਪ੍ਰੋਬਲਮ ਸੋਲਵਿੰਗ 'ਚ ਤੁਹਾਡੇ ਕੰਮ ਆਉਂਦਾ। ਜੇ ਅਸੀਂ ਰਹਿੰਦੇ ਕਵਰਡ ਏਰੀਆ 'ਚ, ਸਾਨੂੰ ਛੋਟੀ ਜਿਹੀ ਗੱਲ ਤੇ ਸਟ੍ਰੈਸ ਹੋਏਗੀ, ਸਾਡੀ ਨੀਂਦ ਘਟ ਜਾਏਗੀ, ਸਾਨੂੰ ਡਿਪਰੈਸ਼ਨ ਜਲਦੀ ਹੋਏਗਾ, ਗੁੱਸਾ ਜਲਦੀ ਆਏਗਾ, ਸ਼ਾਰਟ ਟੈਂਪਰ ਹੋ ਜਾਵਾਂਗੇ ਅਸੀਂ। ਉਹ ਜਿਨ੍ਹਾਂ ਨੂੰ ਵੀ ਸਿੰਪਟਮ ਨੇ, ਮੀਨਸ ਉਹਨਾਂ ਦਾ ਆਕਾਸ਼ ਤੱਤ ਘੱਟ ਹੈ। ਜਦੋਂ ਚੰਦਰਮਾ ਨਿਕਲਦਾ, ਸੌਣ ਤੋਂ ਪਹਿਲਾਂ 2 ਘੰਟੇ ਪਹਿਲਾਂ ਚੰਦਰਮਾ ਦੇ ਨੀਚੇ ਟਾਈਮ ਸਪੈਂਡ ਕਰੋ, ਮਤਲਬ ਵਿਹੜੇ 'ਚ ਟਾਈਮ ਸਪੈਂਡ ਕਰੋ, ਤੁਹਾਨੂੰ ਨੀਂਦ ਦੀ ਗੋਲੀ ਨਹੀਂ ਖਾਣੀ ਪਏਗੀ। ਐਕਸਪੀਰੀਅੰਸ ਨੇ, ਪਿਛਲੇ 16 ਸਾਲ ਤੋਂ ਮੈਂ ਨੈਚੁਰਲ ਸਾਇੰਸ ਉੱਤੇ ਕੰਮ ਕਰ ਰਿਹਾ ਹੈਗਾ ਠੀਕ, ਔਰ ਤਕਰੀਬਨ ਪੰਜਾਬ 'ਚ 8 ਜਗ੍ਹਾ 'ਤੇ ਸਾਡੇ ਹਸਪੀਟਲਸ ਨੇ। ਪੰਜਾਬ, ਹਰਿਆਣਾ, ਰਾਜਸਥਾਨ, MP, ਮਹਾਰਾਸ਼ਟਰ ਤੱਕ ਦਾ ਪੇਸ਼ੈਂਟ ਆਉਂਦਾ ਸਾਡੇ ਕੋਲ। ਇੰਟਰਨੈਸ਼ਨਲ ਲੈਵਲ 'ਤੇ 7 ਕੰਟਰੀਆਂ ਦਾ ਪੇਸ਼ੈਂਟ ਆਉਂਦਾ। ਉਹ ਇਸੇ ਕਰਕੇ ਆਉਂਦਾ ਕਿ ਭਾਵੇਂ ਫੋਰਨ ਮੁਲਕਾਂ 'ਚ ਰਹਿ ਰਹੇ ਨੇ, ਲੇਕਿਨ ਉਹਨਾਂ ਨੂੰ ਵੀ ਪਤਾ ਕਿ ਨੈਚੁਰਲ ਸਾਇੰਸ ਰਾਹੀਂ ਹੀ ਅਸੀਂ ਆਪਣੇ ਜੀਵਨ ਨੂੰ, ਆਪਣੇ ਸਰੀਰ ਨੂੰ 100 ਸਾਲ ਲਈ ਤਿਆਰ ਰੱਖ ਸਕਦੇ ਹਾਂ। ਦੱਸ ਦਈਏ ਕਿ ਕੈਮੀਕਲ ਤੇ ਕਾਰਬਨ ਤੋਂ ਬਿਨਾਂ ਪਲਾਸਟਰ ਵਿੱਚ ਪੇਂਟ ਬਣਾਉਣ ਵਿੱਚ ਕਾਮਯਾਬ ਇਸ ਘਰ ਦੀਆਂ ਕੰਧਾਂ ਵਿੱਚ ਵਿਸ਼ੇਸ਼ਤਾ ਇਹ ਹੈ ਕਿ ਜਿੱਥੇ ਮਨੁੱਖੀ ਸਰੀਰ ਨੂੰ ਰੇਡੀਏਸ਼ਨ ਤੋਂ ਦੂਰ ਰੱਖਦੀ ਹੈ, ਉੱਥੇ ਹੀ ਵਾਤਾਵਰਣ ਵਿੱਚ ਮੌਜੂਦ ਜ਼ਹਿਰੀਲੇ ਰਸਾਇਣਾਂ ਨੂੰ ਵੀ ਚੂਸਦੀ ਹੈ। ਦਾਅਵਾ ਕੀਤਾ ਗਿਆ ਹੈ ਕਿ ਘਰ ਨੂੰ ਨਾ ਤਾਂ ਗਰਮੀਆਂ ਵਿੱਚ 에ਅਰ ਕੰਡੀਸ਼ਨ ਦੀ ਲੋੜ ਪੈਂਦੀ ਹੈ ਤੇ ਨਾ ਹੀ ਸਰਦੀਆਂ ਵਿੱਚ ਹੀਟਰ ਦੀ। ਬਾਘਾ ਪੁਰਾਣਾ ਤੋਂ ਜਸਵਿੰਦਰ ਸਿੰਘ ਸਿੱਧੂ ਦੀ ਰਿਪੋਰਟ, ਸਕਰੋਲ ਪੰਜਾਬ।